ਮੈਂ ਅੰਚਲ ਸ਼ਰਮਾ ਆਪ ਜੀ ਦਾ ਨਿੱਘਾ ਸਵਾਗਤ ਕਰਦੀ ਹਾਂ ਯੁਵਵਾਣੀ ਦੇ ਪ੍ਰੋਗਰਾਮ ਡਿਸਕਸ਼ਨ ਵਿੱਚ। ਤੇ ਅੱਜ ਦਾ ਸਾਡਾ ਵਿਸ਼ਾ ਹੈ G20 ਅਤੇ ਨੌਜਵਾਨ। ਤੇ ਸਾਡੇ ਸਟੂਡੀਓ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਅੱਜ ਦੇ ਨੌਜਵਾਨ ਸੁਵੀਨਾ ਕੌਰ ਢਿੱਲੋਂ, ਕਨਿਕਾ, ਸ਼ਾਦਾਬ ਅਲੀ। ਮੈਂ ਇਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। G20 ਇੱਕ 20 ਦੇਸ਼ਾਂ ਦਾ ਸਮੂਹ ਹੈ ਤੇ ਆਪ ਸਭ ਨੂੰ ਮੈਨੂੰ ਲੱਗਦਾ ਪਤਾ ਹੀ ਹੈ ਤੇ ਆਪਾਂ ਇਸ ਤੋਂ ਵਾਕਿਫ ਹਾਂ ਕਿ ਇਸ ਵਾਰੀ ਇਹਦੀ ਮੇਜ਼ਬਾਨੀ ਭਾਰਤ ਕੋਲ ਹੈ। ਤੇ ਚਲਿਏ ਅੱਜ ਆਪਾਂ ਆਪਣੀ ਚਰਚਾ ਸ਼ੁਰੂ ਕਰਦੇ ਹਾਂ ਇਸ ਦੇ ਨਾਲ ਹੀ ਕਿ G20 ਹੈ ਕੀ, ਆਖਿਰ G20 ਦਾ ਮਤਲਬ ਕੀ ਹੈ ਤੇ ਆਪਣੇ ਬੁਲਾਰਿਆਂ ਤੋਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਪਹਿਲਾ ਸ਼ਾਦਾਬ, G20 ਕੀ ਹੈ? G20 ਬਾਰੇ ਇੰਨਾ ਕੁ ਦੱਸ ਦਿੱਤਾ ਜਾਵੇ ਕਿ ਇਹ 20 ਦੇਸ਼ਾਂ ਦਾ ਸਮੂਹ ਹੈ ਜਿਸ ਦਾ ਗਠਨ 1999 ਦੇ ਵਿੱਚ ਹੋਇਆ। ਇਸ ਗਰੁੱਪ ਨੂੰ ਗਰੁੱਪ ਆਫ 20 ਵੀ ਕਿਹਾ ਜਾਂਦਾ ਹੈ। ਇਹ ਯੂਰੋਪੀਅਨ ਯੂਨੀਅਨ ਅਤੇ 19 ਦੇਸ਼ਾਂ ਦਾ ਔਪਚਾਰਿਕ ਸਮੂਹ ਹੈ। ਇਸ ਦੇ ਨੇਤਾ ਹਰ ਸਾਲ ਜੁਟਦੇ ਹਨ ਅਤੇ ਆਰਥਿਕ ਸਥਿਤੀ ਨੂੰ ਵਧਾਉਣ ਦੇ ਲਈ ਚਰਚਾ ਕਰਦੇ ਹਨ ਕਿ ਕਿਵੇਂ ਅਸੀਂ ਆਪਣੀ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਪਿਛਲੇ ਸਮੇਂ ਵਿੱਚ ਸਾਨੂੰ ਬਹੁਤ ਭਾਰੀ ਮੰਦੀ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਸਾਨੂੰ ਇਹ G20 ਬਣਾਉਣ ਦੀ ਖਾਸ ਜ਼ਰੂਰਤ ਪਈ। ਇਸ ਦੇ ਨਾਲ ਹੀ ਅਸੀਂ ਅਰਥ ਵਿਵਸਥਾ ਨੂੰ ਆਪਣਾ ਮਜ਼ਬੂਤ ਕੀਤਾ ਜਾ ਸਕਦਾ। ਥੈਂਕ ਯੂ ਸ਼ਾਦਾਬ ਸਾਨੂੰ ਇਸ ਨਾਲ ਜਾਣੂ ਕਰਾਉਣ ਲਈ। ਹੁਣ ਆਪਾਂ ਜਾਣਦੇ ਹਾਂ ਕਨਿਕਾ ਤੋਂ ਕਿ G20 ਇੰਡੀਆ ਵਿੱਚ ਹੋ ਰਿਹਾ ਇਸ ਵਾਰੀ, ਭਾਰਤ ਵਿੱਚ, ਤੇ ਇਹਦਾ ਕੀ ਰੋਲ ਰਹੇਗਾ ਭਾਰਤ ਦਾ G20 ਵਿੱਚ, ਇਸ ਦੀ ਪ੍ਰੈਜ਼ੀਡੈਂਸੀ ਦਾ ਤੇ ਜਾਂ ਇਹਦੀ ਮੇਜ਼ਬਾਨੀ ਦਾ। ਜਿਵੇਂ ਕਿ ਸ਼ਾਦਾਬ ਨੇ ਗੱਲ ਕੀਤੀ G20 ਦੀ ਕਿ G20 ਕੀ ਹੈ, ਇਹ ਕਿੰਨਾ ਇੰਪੋਰਟੈਂਸ ਰੱਖਦਾ ਹੈ, ਤੇ ਇਸ ਵਾਰ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਹ ਭਾਰਤ ਦੇ ਕੋਲ ਹੈ ਤੇ ਉਹਦਾ ਜਿਹੜਾ ਭਾਰਤ ਦਾ ਰੋਲ ਹੈ ਇਹਦੇ ਵਿੱਚ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ, ਉਹਦਾ ਕੰਟਰੀਬਿਊਸ਼ਨ ਹੋਰ ਜ਼ਿਆਦਾ ਵੱਧ ਜਾਂਦਾ ਹੈ। ਇਹ ਤੇ ਆਪਾਂ ਇਕਨੋਮਿਕ ਕੰਡੀਸ਼ਨ ਜਾਂ ਇਕਨੋਮਿਕ ਡਿਕਲਾਈਨ ਦੀ ਗੱਲ ਕਰਦੇ ਹਾਂ ਕਿ ਉਹਨੂੰ ਸਟਰੋਂਗ ਬਣਾਉਣ ਲਈ ਕੀਤਾ ਗਿਆ, ਤਾਂ ਉਹ ਤਾਂ ਹੈ ਕਿ ਸਾਨੂੰ ਫਾਇਦਾ ਮਿਲਦਾ ਹੈ ਇਕਨੋਮਿਕ ਕੰਡੀਸ਼ਨ ਨੂੰ ਸਟਰੋਂਗ ਕਰਨ ਵਾਸਤੇ ਜਾਂ ਇਕਨੋਮਿਕ ਕੰਡੀਸ਼ਨ ਨੂੰ ਹੋਰ ਬਿਹਤਰ ਬਣਾਉਣ ਵਾਸਤੇ। ਪਰ ਇਹਦਾ ਇੱਕ ਆਪਾਂ ਕਹਿ ਰਹੀਏ ਕਿ ਇੱਕ ਪ੍ਰੋਬਲਮ ਵੀ ਹੈ ਜਾਂ ਫਿਰ ਕੁਛ ਚੀਜ਼ਾਂ ਜਿਹੜੀਆਂ ਜਿਹਦੀਆਂ ਦਿੱਕਤਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਇਹ ਹੈ ਕਿ ਸਾਡੇ ਕੋਲ 20 ਗਰੁੱਪਸ ਹੈ, ਮਤਲਬ 20 ਕੰਟਰੀਜ਼। ਔਰ ਇਹ ਤਾਂ ਹੈ ਨਹੀਂ ਕਿ ਸਾਰਿਆਂ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਸੰਬੰਧ ਜਿਹੜੇ ਨੇ ਉਹ ਸਾਰਿਆਂ ਦੇ ਬਹੁਤ ਹੀ ਜ਼ਿਆਦਾ ਵਧੀਆ ਨੇ। ਕਈ ਵਾਰ ਆਪਸ 'ਚ ਡਿਸਪਿਊਟ ਇਸ ਤਰੀਕੇ ਦੇ ਹੋ ਜਾਂਦੇ ਨੇ ਕੰਟਰੀਜ਼ ਦੇ, ਆਪਸ ਦੇ ਵਿੱਚ ਕਿਸੇ ਗੱਲ ਦੀ ਸਹਿਮਤੀ ਨਹੀਂ ਬਣ ਪਾਉਂਦੀ, ਤਾਂ ਉਸ ਗੱਲ ਦੇ ਉੱਪਰ ਕਈ ਵਾਰ ਸਾਡੇ ਕੋਲ ਇੱਕ ਸਟਰੋਂਗ ਓਪੀਨੀਅਨ ਨਹੀਂ ਹੁੰਦਾ ਕਿ ਆਪਾਂ ਇੱਕ ਸਟਰੋਂਗ ਓਪੀਨੀਅਨ ਰੱਖ ਸਕੀਏ ਕਿ ਨਹੀਂ ਹਾਂ ਇਸ ਗੱਲ ਤੇ ਆਹ ਵਾਲੀ ਚੀਜ਼ ਦਾ ਆਪਾਂ ਰੂਲ ਬਣਾਇਆ ਹੈ ਤੇ ਇਸ ਨੂੰ ਆਪਾਂ ਇਸ ਤਰੀਕੇ ਦੇ ਨਾਲ ਲਾਗੂ ਕਰੀਏ। ਫਾਇਦੇ ਤਾਂ ਹੈ ਕਿ ਸਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਦੇ ਨੇ, ਸਾਨੂੰ ਇਕਨੋਮਿਕ ਜਾਂ ਫੰਡ ਜਿਹੜੇ ਨੇ ਉਹ ਬਹੁਤ ਹੀ ਸਟਰੋਂਗ ਤਰੀਕੇ ਨਾਲ ਸਾਨੂੰ ਮਿਲਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਫੰਡਸ ਦੇ ਵਿੱਚ, ਆਪਸ ਦੇ ਵਿੱਚ ਜਾਂ ਕੰਟਰੀ ਦੇ ਵਿੱਚ ਕੀ ਕਿ ਫਰੈਂਡਸ਼ਿਪ, ਆਪਸ ਦੀ ਦੋਸਤੀ ਜਿਹੜੀ ਹੈ ਕੰਟਰੀਜ਼ ਦੀ ਉਹ ਵੱਧਦੀ ਹੈ। ਪਰ ਇਹਦੇ ਨਾਲ ਪ੍ਰੋਬਲਮ ਇਹ ਹੈ ਕਿ ਕਈ ਵਾਰ ਜਦੋਂ ਇੱਕ ਜਾਂ ਦੋ ਕੰਟਰੀਜ਼ ਜਾਂ ਕੁਝ ਕੰਟਰੀਜ਼ ਦੇ ਮਤਲਬ ਆਪਸ ਵਿੱਚ ਕੰਟਰੀਬਿਊਸ਼ਨ ਨਾ ਕਰਨ ਕਰਕੇ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਨਿਕਾ, ਬਟ ਮੈਂ ਤੁਹਾਡੇ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੀ ਕਿ ਉਹ ਕਿਹੜੀਆਂ ਦਿੱਕਤਾਂ ਨੇ ਜਿਹੜੀਆਂ ਅੱਜ ਕੱਲ੍ਹ ਦੀਆਂ ਕੰਟਰੀਆਂ ਜਾਂ ਦੇਸ਼ ਫੇਸ ਕਰ ਰਹੇ ਨੇ। ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਦੇਸ਼ ਇਕੱਠੇ ਹੋ ਗਏ ਇੱਕ ਥਾਂ ਤੇ ਇੱਕ ਦੋ ਜੇ ਐਗਜ਼ਾਮਪਲ ਤੁਸੀਂ ਦੇ ਸਕੋ ਤਾਂ। ਜਿਵੇਂ ਤੁਸੀਂ ਜਿਵੇਂ ਕੋਈ ਦਿੱਕਤਾਂ ਦੀ ਗੱਲ ਪੁੱਛੋ ਅੰਚਲ, ਤਾਂ ਸਭ ਤੋਂ ਜ਼ਿਆਦਾ ਦਿੱਕਤ ਇਹ ਆਉਂਦੀ ਹੈ ਕਿ ਜਿੱਦਾਂ ਤੁਸੀਂ ਮੰਨ ਲਓ ਕਿ ਦੋ ਕੰਟਰੀਜ਼ ਨੇ, ਆਪਾਂ ਕਿਸੇ ਵੀ ਦੋ ਕੰਟਰੀਜ਼ ਦੀ ਤੁਸੀਂ ਸੋਚ ਸਕਦੇ ਹੋ ਕਿ ਆਹ ਦੋ ਕੰਟਰੀਜ਼ ਨੇ, ਜਿੱਦਾਂ ਚਲੋ ਸਾਨੂੰ ਪ੍ਰੈਜ਼ੀਡੈਂਸੀ ਮਿਲੀ ਹੈ ਇਸ ਵਾਰ, ਤਾਂ ਉਹਦੀ ਗੱਲ ਕਰ ਲੈ, ਕੁਛ ਉਹਨਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਕਿਸੇ ਡਿਸਪਿਊਟ ਕਰਕੇ, ਤੇ ਫਿਰ ਜਦੋਂ ਕੋਈ ਡਿਸਕਸ਼ਨ ਹੋਣੀ ਹੈ ਕਿ ਜਿਹਦੇ ਵਿੱਚ ਇੰਡੀਆ ਦਾ ਫਾਇਦਾ ਥੋੜਾ ਜ਼ਿਆਦਾ ਹੈ ਜਾਂ ਫਿਰ ਇੰਡੀਆ ਨੂੰ ਜ਼ਿਆਦਾ ਓਪਰਚੁਨਿਟੀਜ਼ ਮਿਲਣਗੇ ਵਰਲਡ ਲੈਵਲ ਤੇ, ਤੇ ਫਿਰ ਉਦੋਂ ਉਹ ਕੰਟਰੀ ਜਿਹੜੀ ਹੈ ਉਹ ਵਿੱਚ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੇਗੀ ਜਾਂ ਫਿਰ ਉਹ ਨਹੀਂ ਚਾਹੇਗੀ ਕਿ ਉਹ ਚੀਜ਼ ਹੋਵੇ। ਤਾਂ ਉਸ ਕਰਕੇ ਸਾਨੂੰ ਮਤਲਬ G20 ਅੱਛਾ ਤਾਂ ਹੈ, ਇਹਦਾ ਕੰਟਰੀਬਿਊਸ਼ਨ ਵੀ ਬਹੁਤ ਵਧੀਆ ਹੈ, ਪਰ ਇੱਕ ਚੀਜ਼ ਦਾ ਜਿਹੜਾ ਹੈ ਬਹੁਤ ਜ਼ਿਆਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਕਿ ਸਾਨੂੰ ਜਿਹੜਾ ਸਾਰੇ ਦੇਸ਼ਾਂ ਨੂੰ ਇੱਕ ਤਰੀਕੇ ਨਾਲ ਇਕੱਠੇ ਤਰੀਕੇ ਨਾਲ ਚੱਲਣਾ ਪਏਗਾ। ਸਾਡੇ ਵੱਲੋਂ ਉਪਰਾਲਾ ਕੀਤਾ ਗਿਆ ਆ, ਇਹ ਸਫਲ ਹੋ ਪਾਏਗਾ, ਨਹੀਂ ਤਾਂ ਇਹਨੇ ਸਫਲ ਨਹੀਂ ਹੋ ਪਾਣਾ। ਤੇ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਘਿਓ ਖਿਚੜੀ ਹੋ ਕੇ ਰਵਾਂਗੇ G20 ਵਿੱਚ ਤਾਂ ਹੀ ਇਹਦਾ ਕੋਈ ਫਾਇਦਾ ਹੋ ਸਕੇਗਾ। ਤੇ ਹੁਣ ਆਪਾਂ ਜਾਣਦੇ ਹਾਂ ਸੁਵੀਨਾ ਕੌਰ ਢਿੱਲੋਂ ਤੋਂ ਕਿ ਉਹਨਾਂ ਦੇ ਕੀ ਵਿਚਾਰ ਨੇ G20 ਤੇ ਅੱਜ ਦੇ ਨੌਜਵਾਨਾਂ ਬਾਰੇ। ਜੀ ਜ਼ਰੂਰ ਅੰਚਲ, ਮੈਂ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਆਪਾਂ ਨੂੰ ਇਹ ਚੀਜ਼ ਧਿਆਨ 'ਚ ਲਿਆਉਣੀ ਪੈਣੀ ਹੈ ਕਿ ਇੰਡੀਆ ਨੂੰ ਮੇਜ਼ਬਾਨੀ ਮਿਲੀ ਕਦੋਂ G20 ਦੀ। ਸੋ ਇਹ ਮੇਜ਼ਬਾਨੀ ਮਿਲੀ 1 ਦਸੰਬਰ 2022 ਨੂੰ ਤੇ ਇਸ ਦਾ ਮੋਟੋ ਇਸ ਵਾਰ ਜਾਂ ਤੁਸੀਂ ਕਹਿ ਲਓ ਦੂਜਾ ਨਾਂ ਹੈ G20's Y20 ਜਾਂ ਯੂਥ 20। ਸੋ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਯੂਥ ਜੋ ਹੈ ਉਹ ਬਹੁਤ ਕਾਰਗਰ ਹੈ, ਉਹ ਐਕਟਿਵ ਮਾਈਂਡ ਹੈ, ਉਹਨਾਂ ਦਾ ਹਮੇਸ਼ਾ ਕਾਰਜਸ਼ੀਲ ਰਹਿੰਦਾ। ਸੋ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਮੇਜ਼ਬਾਨੀ ਇੰਡੀਆ 'ਚ ਲਿਆਂਦੀ ਗਈ ਕਿ ਯੂਥ ਨੂੰ ਅੱਗੇ ਤੋਂ ਅੱਗੇ ਮੋਟੀਵੇਟ ਕੀਤਾ ਜਾ ਸਕੇ, ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ। ਇੱਕ ਮੈਂ ਫੈਕਟ ਦੇਣਾ ਚਾਹੂੰਗੀ ਕਿ ਭਾਰਤ ਦਾ ਜੋ ਯੂਥ ਹੈ, ਖਾਸ ਤੌਰ 'ਤੇ 15 ਤੋਂ 35 ਸਾਲ ਦੀ ਉਮਰ ਦੇ ਵਿੱਚ ਜਿਹੜਾ ਵਰਗ ਹੁੰਦਾ ਹੈ, ਉਹ 30% ਦੇਸ਼ ਦੀ ਜਨਸੰਖਿਆ 'ਚ ਅਹਿਮ ਹਿੱਸਾ ਪਾਉਂਦਾ ਹੈ।
ਸੋ ਸਭ ਤੋਂ ਸਰਗਰਮ, ਜਿੱਦਾਂ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ, ਤੇ ਉਤਪਾਦਕ ਮਾਨਸਿਕਤਾ ਵਾਲੇ ਯੂਥ ਜੋ ਹੈ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਇੰਡੀਆ ਨੂੰ ਮੇਜ਼ਬਾਨੀ ਦਿੱਤੀ ਗਈ ਹੈ। ਸੋ ਇਹਨਾਂ ਦਾ ਰੋਲ ਇੱਥੇ ਬਹੁਤ ਅਹਿਮ ਹੈ, ਇਸ ਕਰਕੇ ਇੰਡੀਆ 'ਚ ਜੋ ਹੈ G20 ਪ੍ਰੈਜ਼ੀਡੈਂਸੀ ਅਹਿਮੀਅਤ ਰੱਖਦੀ ਹੈ। ਬਹੁਤ ਖੂਬ ਕਿਹਾ ਸੁਵੀਰਨਾ ਤੁਸੀਂ। ਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗੀ, ਜਿਹੜੀ ਇਹ 15 ਤੋਂ 45 ਸਾਲ ਦੀ ਪੋਪੂਲੇਸ਼ਨ ਹੈ ਭਾਰਤ ਦੀ, ਇਹਨੂੰ ਡੈਮੋਗ੍ਰਾਫਿਕ ਡਿਵੀਡੈਂਡ ਕਿਹਾ ਜਾਂਦਾ ਹੈ। ਤੇ ਇਹ ਡੈਮੋਗ੍ਰਾਫਿਕ ਡਿਵੀਡੈਂਡ ਭਾਰਤ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਏਗਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇਹੀ ਵਾਲੀ ਜਿਹੜੀ ਯੂਥ ਹੈ ਉਹ ਅੱਗੇ ਚੱਲ ਕੇ ਸਾਡੇ ਦੇਸ਼ ਦਾ ਭਵਿੱਖ ਬਣੇਗੀ ਤੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕਰੇਗੀ। ਤੇ ਇੱਕ ਟੌਪਿਕ ਹੁਣ ਮੈਂ ਲੈਣਾ ਚਾਹਾਂਗੀ। ਸਾਡੇ ਕੋਲ 5 ਤੱਤਵ ਹੁੰਦੇ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ, ਤੇ ਇਹੀ ਡਿਜ਼ਾਈਨ ਹੈ ਸਾਡੇ Y20 ਦਾ। ਤੇ ਇਸੇ ਨਾਲ ਹੀ ਸਾਨੂੰ 5 ਥੀਮਸ ਦਿੱਤੀਆਂ ਗਈਆਂ ਨੇ Y20 ਦੇ ਅੰਡਰ। ਤੇ ਮੈਂ ਚਾਹਾਂਗੀ ਕਿ ਜੇ ਆਪਾਂ ਇੱਕ ਇੱਕ ਕਰਕੇ ਸਾਰੀ ਥੀਮਸ ਨੂੰ ਡਿਸਕਸ ਕਰ ਸਕੀਏ ਤੇ ਆਪਣੇ ਸਰੋਤਾਵਾਂ ਨੂੰ ਹੋਰ ਜਾਣੂ ਕਰਾ ਸਕੀਏ ਇਹਦੇ ਨਾਲ ਕਿ ਯੂਥ ਦਾ G20 ਨਾਲ ਕੀ ਲਾਭ ਹੋਏਗਾ ਜਾਂ G20 ਵਿੱਚ ਯੂਥ ਦਾ ਕੀ ਰੋਲ ਹੋਏਗਾ। ਤੇ ਮੈਨੂੰ ਲੱਗਦਾ ਆਪਾਂ ਪਹਿਲਾ ਟੌਪਿਕ ਜੇ ਲਈਏ ਤਾਂ ਹੈਲਥ, ਵੈਲਬੀਇੰਗ ਐਂਡ ਸਪੋਰਟਸ ਇਸ ਵਿੱਚੋਂ ਇੱਕ ਹੈਗਾ, ਤੇ ਐਜੂਕੇਸ਼ਨ। ਤੇ ਸ਼ਾਦਾਬ, ਜੇ ਤੁਸੀਂ ਸਾਨੂੰ ਇਸ ਬਾਰੇ ਕੁਝ ਦੱਸ ਸਕੋ। ਜਿੱਦਾਂ ਕਿ ਮੇਰੀ ਸਿਸਟਰ ਨੇ ਗੱਲ ਕੀਤੀ, ਬਹੁਤ ਵਧੀਆ ਬੋਲੇ। G20 ਦੇ ਵਿੱਚ ਸਿੱਖਿਆ ਦੇ ਖੇਤਰ ਨੂੰ ਲੈ ਕੇ ਇੱਕ ਬਹੁਤ ਜ਼ਿਆਦਾ ਅਹਿਮੀਅਤ ਦਾ ਰੋਲ ਦਿੱਤਾ ਗਿਆ ਹੈ। ਸਿੱਖਿਆ ਦਾ ਮਹੱਤਵ ਉਦੋਂ ਜਾਣਦੇ ਹਾਂ ਕਿ ਜਦੋਂ ਪਹਿਲਾਂ ਇਹ G20 ਦੇ ਵਿੱਚ ਨਾ ਆਰਥਿਕ ਮੁੱਦਿਆਂ 'ਤੇ ਹੀ ਗੱਲਬਾਤ ਹੁੰਦੀ ਸੀ, ਬਟ ਜਿਵੇਂ ਕਿ ਸਾਨੂੰ ਸਮੇਂ 'ਤੇ ਚੱਲਦੇ ਸਾਨੂੰ ਆਪਣਾ ਗੌਰ ਤਲਬ ਹੋਇਆ, ਸਾਨੂੰ ਉਹਦੇ ਵਿੱਚ ਇੱਕ ਮੁੱਦਾ ਐਡ ਕਰਨਾ ਪਿਆ ਸਿੱਖਿਆ ਦਾ, ਕਿਉਂਕਿ ਸਾਡੇ ਦੇਸ਼ ਨੂੰ ਸਿੱਖਿਆ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਜਦੋਂ ਅਸੀਂ ਆਪਣੀ ਸਿੱਖਿਆ ਦੇ ਬਾਰੇ ਜਾਣੂ ਹੋਏ ਤਾਂ ਲੱਗਿਆ ਸਾਨੂੰ ਵੀ ਐਜੂਕੇਸ਼ਨ ਦੇ ਮੁਤਾਬਿਕ ਸਾਨੂੰ ਹਰ ਇੱਕ ਸਫਲਤਾ ਮਿਲ ਸਕਦੀ ਹੈ। ਅਗਰ ਤੁਸੀਂ ਦੂਸਰੇ ਦੇਸ਼ਾਂ ਦੀ ਗੱਲ ਕਰੋ ਨਾ, ਤਾਂ ਅਗਰ ਉਹ ਬੁਲੰਦੀਆਂ 'ਤੇ ਚੜ੍ਹ ਰਹੇ ਨੇ ਤਾਂ ਸਿਰਫ ਉਹ ਆਪਣੀ ਸਿੱਖਿਆ ਦੇ ਬਲਬੂਤੇ 'ਤੇ ਹੀ ਹੈ। ਅਗਰ ਅਸੀਂ ਵੀ ਅਮਰੀਕਾ ਜਾਂ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਐਜੂਕੇਸ਼ਨ 'ਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ। ਜੇ ਆਪਾਂ ਗੱਲ ਕਰਦੇ ਹਾਂ ਸਾਡੇ ਇੰਡੀਆ ਨੇ ਅਗਰ ਸਿੱਖਿਆ ਨੂੰ ਜ਼ਿਆਦਾ ਮਹੱਤਵ ਦਿੱਤਾ ਤਾਂ ਅੱਜ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜਿਹੜਾ ਚੰਦਰਯਾਨ ਥਾ, ਜਿਹੜੇ ਕਿ ਪਹਿਲਾਂ ਬਾਹਰਲੇ ਦੇਸ਼ ਲਾਂਚ ਕਰਦੇ ਸੀ, ਵੱਡੇ ਦੇਸ਼ ਅਮਰੀਕਾ ਹੋ ਗਿਆ, ਰੂਸ ਹੋ ਗਿਆ, ਜਾਪਾਨ ਹੋ ਗਿਆ, ਉਹ ਲਾਂਚ ਕਰਦੇ ਸੀ, ਉਵੇਂ ਹੀ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜਿਹੜਾ ਹੁਣ ਚੰਦਰਯਾਨ ਹੈ ਉਹ ਸਾਡੇ ਭਾਰਤ ਨੇ ਲਾਂਚ ਕੀਤਾ ਹੈ। ਇਸ ਦਾ ਸਾਰਾ ਮੋਟਿਵ, ਇਸ ਦਾ ਸਾਰਾ ਇੱਕ ਨਿਚੋੜ ਜਿਹੜਾ ਜਾਂਦਾ ਹੈ ਉਹ ਸਾਡੀ ਐਜੂਕੇਸ਼ਨ ਨੂੰ ਜਾਂਦਾ ਹੈ। ਜੇ ਅਸੀਂ ਸਹੀ ਤਰੀਕੇ ਨਾਲ ਆਪਣੀ ਐਜੂਕੇਸ਼ਨ ਨੂੰ, ਆਪਣੀ ਸਿੱਖਿਆ ਨੂੰ, ਆਪਣੀ ਪੜ੍ਹਾਈ ਨੂੰ ਮਹੱਤਵ ਦਿੱਤਾ ਤਾਂ ਅੱਜ ਸਾਰੇ ਦੇਸ਼ਾਂ ਦੇ ਬਰਾਬਰ ਅਸੀਂ ਵੀ ਤਰੱਕੀ ਦੀ ਰਾਹ 'ਤੇ ਚੱਲਦੇ। ਬਿਲਕੁਲ ਸ਼ਾਦਾਬ, ਮੈਨੂੰ ਲੱਗਦਾ ਕਿਸੇ ਵੀ ਬਿਲਡਿੰਗ ਨੂੰ ਬਣਾਉਣ ਲਈ ਉਹਦੀਆਂ 2 ਨੀਹਾਂ ਹੁੰਦੀਆਂ ਨੇ, ਇੱਕ ਸਿੱਖਿਆ ਤੇ ਦੂਜੀ ਸਿਹਤ। ਤੇ ਜੇ ਆਪਾਂ ਇਹ ਦੋਹਾਂ ਨੀਹਾਂ ਨੂੰ ਪੱਕੀਆਂ ਕਰ ਲਈਏ ਤਾਂ ਕੋਈ ਵੀ ਦੇਸ਼ ਇੱਕ ਬਹੁਤ ਹੀ ਵੱਡੀ ਤੇ ਪੂਰੀ ਬਿਲਡਿੰਗ ਬਣ ਸਕਦਾ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਫਿਊਚਰ ਆਫ ਵਰਕ ਬਾਰੇ, ਜਿਸ ਵਿੱਚ ਇਨੋਵੇਸ਼ਨ, ਇੰਡਸਟਰੀ ਤੇ 21st ਸੈਂਚੁਰੀ ਸਕਿੱਲਸ ਬਾਰੇ ਗੱਲ ਕੀਤੀ ਗਈ ਹੈ। ਤੇ ਕਨਿਕਾ ਸਾਨੂੰ ਇਸ ਬਾਰੇ ਹੋਰ ਦੱਸ ਸਕਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਬੀਨਾ ਤੇ ਸ਼ਾਦਾਬ ਜੀ ਨੇ ਹੁਣੇ ਗੱਲ ਕੀਤੀ ਕਿ ਯੰਗਸਟਰਸ ਦੇ ਉੱਪਰ ਫੋਕਸ ਰਿਹਾ ਇਸ ਵਾਰ G20 ਦਾ, ਕਿ ਯੰਗਸਟਰਸ ਨੂੰ ਹੋਰ ਕਿਵੇਂ ਓਪਰਚੁਨਿਟੀਜ਼ ਮਿਲਣ ਜਾਂ ਉਹਨਾਂ ਨੂੰ ਹੋਰ ਕਿਵੇਂ ਸਟਰੋਂਗ ਬਣਾਇਆ ਜਾ ਸਕੇ। ਪਰ ਜਿੱਥੇ ਯੰਗਸਟਰਸ ਦੀ ਗੱਲ ਆਉਂਦੀ ਹੈ ਨਾ, ਤਾਂ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਧ ਕੇ ਯੰਗਸਟਰ 'ਚ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹ ਹੈ ਟੈਕਨੋਲੋਜੀ ਦਾ ਕਰੇਜ਼, ਜਿਹੜੇ ਨਵੇਂ ਸਟਾਰਟਅਪਸ ਹੋ ਰਹੇ ਨੇ ਉਹਦਾ ਕਰੇਜ਼। ਕਿਉਂਕਿ ਇਹ ਪਹਿਲੇ ਜਿਹੜਾ ਸੀ ਉਹ ਬਹੁਤ ਹੀ ਘੱਟ ਸੀ ਯੰਗਸਟਰਸ ਦੀ। ਮਤਲਬ ਜੇ ਤੁਸੀਂ ਤਰੱਕੀ ਕਰਨੀ ਹੈ, ਜਿਵੇਂ ਸ਼ਾਦਾਬ ਜੀ ਨੇ ਗੱਲ ਕੀਤੀ ਕਿ ਨੌਲੇਜ ਜਾਂ ਫਿਰ ਕਹਿ ਲਓ ਕਿ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿ ਇੱਕ ਬੇਸ ਹੋਏਗਾ। ਜਿੱਦਾਂ ਸਾਡੇ ਡੈਲੀਗੇਟਸ ਆਉਂਦੇ ਨੇ ਬਾਹਰੋਂ ਦੀ, ਜਦੋਂ ਮਤਲਬ ਯੂਥ ਨੂੰ ਇੱਕ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲ ਰਿਹਾ ਹੈ ਕਿ ਯੂਥ ਜਾ ਕੇ ਮਤਲਬ ਬਾਕੀ ਕੰਟਰੀਜ਼ ਦੇ ਸਾਹਮਣੇ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਹਾਂ ਤੁਸੀਂ ਦੇਖੋ ਇਹ ਸਾਡਾ ਇੰਡੀਆ ਦਾ ਯੂਥ ਹੈ ਤੇ ਇਹਦੇ ਕੋਲ ਇੰਨੀ ਨੌਲੇਜ ਹੈ, ਇੰਨਾ ਸਟਰੋਂਗ ਹੈ। ਤਾਂ ਨੌਲੇਜ ਪ੍ਰੋਵਾਈਡ ਯੂਥ ਤਾਂ ਹੀ ਦੱਸ ਪਾਏਗਾ ਉਹਨਾਂ ਨੂੰ, ਡੈਲੀਗੇਟਸ ਨੂੰ ਕਲਚਰ ਦੇ ਨਾਲ ਇੰਟਰੋਡਿਊਸ ਕਰਵਾ ਪਾਏਗਾ ਜਾਂ ਫਿਰ ਆਪਣੀਆਂ ਜਿਹੜੀਆਂ ਨੀਹਾਂ ਨੇ ਉਹਦੇ ਨਾਲ ਇੰਟਰੋਡਿਊਸ ਕਰਵਾ ਪਾਏਗਾ, ਜੇ ਉਹਨੂੰ ਖੁਦ ਨੂੰ ਪਤਾ ਹੋਏਗਾ ਕਿ ਇਹ ਚੀਜ਼ਾਂ ਹੁੰਦੀਆਂ ਨੇ। ਤੇ ਉਹਦਾ ਸਭ ਤੋਂ ਜ਼ਿਆਦਾ ਸੋਰਸ ਆਉਂਦਾ ਐਜੂਕੇਸ਼ਨ ਦਾ, ਜਿਵੇਂ ਕਿ ਸ਼ਾਦਾਬ ਜੀ ਨੇ ਗੱਲ ਕੀਤੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਤੋਂ ਬਾਅਦ ਗੱਲ ਆਉਂਦੀ ਹੈ, ਉਹ ਆਉਂਦੀ ਹੈ ਟੈਕਨੋਲੋਜੀ ਦੀ। ਤੇ ਯੂਥ ਦਾ ਇਸ ਵਿੱਚ ਇੰਟਰਸਟ ਜਿਹੜਾ ਹੈ ਉਹ ਲਗਾਤਾਰ ਅੰਚਲ ਵੱਧਦਾ ਜਾ ਰਿਹਾ ਹੈ। ਕਿਉਂਕਿ ਜੇ ਤੁਸੀਂ ਗੱਲ ਕਰੀਏ ਕਿ 2015 ਜਾਂ 2014 ਦੇ ਤੁਸੀਂ ਆંકੜੇ ਚੈੱਕ ਕਰੋਗੇ ਤਾਂ ਸਟਾਰਟਅਪਸ ਸਿਰਫ 500-600 ਪਰ ਈਅਰ ਹੁੰਦੇ ਸੀ, ਜੋ ਕਿ ਬਹੁਤ ਹੀ ਘੱਟ ਸੀਗੇ ਤੇ ਇੰਡੀਆ ਦੀ ਇਕਨੋਮੀ ਲਈ ਬਹੁਤ ਹੀ ਜ਼ਿਆਦਾ ਪ੍ਰੋਬਲਮ ਸੀਗੀ। ਪਰ ਹੁਣ ਜੇ ਤੁਸੀਂ ਗੱਲ ਕਰੋ ਸਟਾਰਟਅਪਸ ਦੀ ਜਾਂ ਨਵੀਂ ਟੈਕਨੋਲੋਜੀਜ਼ ਦੀ, ਤਾਂ ਉਹ ਇੰਨੇ ਜ਼ਿਆਦਾ ਨੇ ਕਿ ਇੱਕ ਸਾਲ ਦੇ ਵਿੱਚ 80,000 ਤੋਂ ਵੱਧ ਨਵੇਂ ਸਟਾਰਟਅਪਸ ਹੁੰਦੇ ਨੇ। ਜਿਹੜਾ ਯੂਥ ਪਹਿਲੇ ਸੀਗਾ ਕਿ ਨਹੀਂ ਇੰਡੀਆ ਦੇ ਵਿੱਚ ਇੰਨਾ ਫਿਊਚਰ ਨਹੀਂ ਹੈ, ਇੰਡੀਆ ਦੇ ਵਿੱਚ ਇੰਨੀ ਤਰੱਕੀ ਨਹੀਂ ਹੈ, ਉਸ ਨੂੰ ਇਸ ਵਾਰ ਫਿਊਚਰ ਵੀ ਦਿਖ ਰਿਹਾ ਹੈ,
ਉਸ ਨੂੰ ਇਸ ਵਾਰ ਇਹ ਵੀ ਦਿਖ ਰਿਹਾ ਹੈ ਕਿ ਉਹ ਇੰਡੀਆ ਦੇ ਵਿੱਚ ਆਪਣੀ ਇੱਕ ਪਛਾਣ ਬਣਾ ਸਕਦਾ ਹੈ, ਆਪਣੀ ਇੱਕ ਤਰੱਕੀ ਹਾਸਲ ਕਰ ਸਕਦਾ ਹੈ ਆਪਣੀ ਨੌਲੇਜ ਦੇ ਨਾਲ ਤੇ ਇਸ ਨਵੀਂ ਟੈਕਨੋਲੋਜੀ ਦੇ ਨਾਲ। ਤੁਸੀਂ ਬਹੁਤ ਈਜ਼ੀਲੀ ਡਿਫਰੈਂਸ਼ੀਏਟ ਕਰ ਸਕਦੇ ਹੋ। ਤੁਸੀਂ ਮਤਲਬ ਨਾਰਮਲ ਲਾਈਫ ਦੇ ਵਿੱਚ ਜੇ ਤੁਸੀਂ ਇੱਕ ਏਜ ਤੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਆ ਸਿਰਫ ਕੁਝ ਹੀ ਸਾਲ ਹੋਏ ਨੇ ਪਿਛਲੇ ਕਿ ਫੋਨ ਜਿਹੜੇ ਨੇ ਜਾਂ ਫਿਰ ਟੈਕਨੋਲੋਜੀ ਜਿਹੜੀ ਹੈ ਜਾਂ ਫਿਰ ਚੈਟ ਜੀਪੀਟੀ ਜਿਹੜੇ ਇਹਦਾ ਕ੍ਰੇਜ਼ ਇੰਨਾ ਜ਼ਿਆਦਾ ਵੱਧ ਗਿਆ, ਯੂਥ ਇਹਦੇ ਵੱਲ ਇੰਨਾ ਅਟਰੈਕਟਿਡ ਹੈ ਤੇ ਟੈਕਨੋਲੋਜੀ ਬੇਸ ਵੀ ਹੈ ਕੋਈ ਵੀ ਡਿਵੈਲਪਮੈਂਟ ਦਾ। ਬਿਲਕੁਲ ਬਿਲਕੁਲ ਕਨਿਕਾ, ਤੇ ਮੈਨੂੰ ਲੱਗਦਾ ਹੈ ਕਿ ਕਨਿਕਾ ਨੇ ਬੜੀ ਖੂਬਸੂਰਤੀ ਨਾਲ ਸੱਭਿਆਚਾਰ ਬਾਰੇ ਵੀ ਸਾਡੀ ਗੱਲ ਕੀਤੀ। ਸੱਭਿਆਚਾਰ ਨੂੰ ਸੰਭਾਲਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿਸੇ ਹੋਰ ਚੀਜ਼ ਨੂੰ। ਇਹਨਾਂ ਨੇ ਗੱਲ ਕੀਤੀ ਬਹੁਤ ਸਾਰੇ ਸਟਾਰਟਅਪਸ ਦੀ, ਤੇ ਮੈਂ ਇਸ ਬਾਰੇ ਵੀ ਇਹ ਕਹਿਣਾ ਚਾਹਾਂਗੀ ਕਿ ਹੁਣ ਯੂਨੀਕੌਰਨ ਕੰਪਨੀਆਂ ਬਹੁਤ ਸਾਰੀਆਂ ਆ ਗਈਆਂ ਨੇ ਇੰਡੀਆ ਵਿੱਚ ਵੀ, ਤੇ ਇੱਕ ਇਨੀਸ਼ੀਏਟਿਵ ਤੇ ਡਿਜੀਟਲਾਈਜੇਸ਼ਨ ਦੋ ਚੀਜ਼ਾਂ ਕਾਰਨ ਸਾਡੇ ਜਿਹੜੇ ਸਟਾਰਟਅਪਸ ਨੇ ਉਹ ਵੱਧ ਰਹੇ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਸਵੀਨਾ ਤੋਂ। ਸਵੀਨਾ ਸਾਨੂੰ ਕਲਾਈਮੇਟ ਚੇਂਜ ਬਾਰੇ ਦੱਸੇਗੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਸਿਹਤ, ਸਿੱਖਿਆ, ਟੈਕਨੋਲੋਜੀ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇ ਆਪਾਂ ਸਿਹਤਮੰਦ ਹੋਵਾਂਗੇ, ਤੇ ਜੇ ਸਿਹਤਮੰਦ ਹੋਣ ਲਈ ਸਾਨੂੰ ਆਪਣੇ ਚੰਗਾ এনवायरमेंट ਦੀ ਲੋੜ ਹੈਗੀ ਹੈ। ਤੇ ਕਲਾਈਮੇਟ ਚੇਂਜ ਬਾਰੇ ਆਪਾਂ ਜਾਣਦੇ ਹਾਂ ਸਵੀਨਾ ਤੋਂ। ਕਲਾਈਮੇਟ ਚੇਂਜ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਜੋ ਇਸ ਵਾਰ ਇਸ G20 ਦੇ ਸੰਮੇਲਨ ਦਾ ਅਹਿਮ ਥੀਮ ਵੀ ਹੈ। ਸੋ ਜਿੱਦਾਂ ਅਸੀਂ ਜਾਣਦੇ ਹਾਂ ਕਿ ਜੇ ਕਲਾਈਮੇਟ ਵਧੀਆ ਹੋਏਗਾ ਤਾਂ ਵਾਤਾਵਰਣ ਵੀ ਵਧੀਆ ਹੋਏਗਾ। ਸੋ ਜੇ ਅਸੀਂ ਵਧੀਆ ਵਾਤਾਵਰਣ ਸਾਹ ਲਵਾਂਗੇ ਤਾਂ ਅਸੀਂ ਜ਼ਿਆਦਾ ਕੰਮ ਕਰ ਸਕਾਂਗੇ, ਸਾਡੇ ਜ਼ਿਆਦਾ ਐਕਟਿਵ ਅਸੀਂ ਹੋ ਸਕਾਂਗੇ, ਸਾਡੇ ਜ਼ਿਆਦਾ ਕਾਰਜਸ਼ੀਲਤਾ ਆਏਗੀ, ਪ੍ਰੋਡਕਟਿਵਿਟੀ ਆਏਗੀ। ਸੋ ਇਹ ਗੰਭੀਰ ਮੁੱਦਾ ਵੀ ਹੈ ਇਸ ਵਾਰ ਜਿਸ ਨੂੰ ਐਡਰੈਸ ਯੂਥ ਕਰ ਸਕਦਾ ਹੈ, ਕਿਉਂਕਿ ਯੂਥ ਆਪਾਂ ਨੂੰ ਪਤਾ ਹੈ ਕਿ ਉਹਦਾ ਫਰੈਸ਼ ਮਾਈਂਡ ਹੁੰਦਾ ਹੈ। ਸੋ ਜੇ ਫਰੈਸ਼ ਮਾਈਂਡ ਹੋਏਗਾ ਤਾਂ ਉਹ ਐਕਟਿਵ ਮਾਈਂਡ ਹੋਏਗਾ। ਸੋ ਇਹੋ ਹੀ, ਕਿਉਂਕਿ ਯੂਥ ਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ। ਬਿਲਕੁਲ। ਸੋ ਯੂਥ ਦੀ ਆਵਾਜ਼ ਜੋ ਹੈ ਉਹ ਵੱਡੇ ਵੱਡੇ ਚੇਂਜਸ ਲਿਆ ਸਕਦੀ ਹੈ। ਸੋ ਇਹੀ ਚੇਂਜ ਜੋ ਹੈ ਕਿ ਯੂਥ ਲਿਆ ਸਕਦਾ ਹੈ ਕਲਾਈਮੇਟ ਚੇਂਜ ਦਾ। ਤੇ ਮੈਨੂੰ ਲੱਗਦਾ ਕਲਾਈਮੇਟ ਚੇਂਜ ਕਾਰਨ ਸਾਡੇ ਬਹੁਤ ਸਾਰੇ ਚੀਜ਼ਾਂ ਸਾਡੇ ਆਸ-ਪਾਸ ਹੋ ਰਹੀਆਂ ਨੇ, ਜਿਵੇਂ ਹੜ੍ਹ ਹੁਣੇ ਆਏ ਸੀ ਤੇ ਉਹ ਯੂਥ ਹੀ ਸੀਗਾ ਜਿਹਨੇ ਅੱਗੇ ਵੱਧ ਕੇ ਇਹਦੇ 'ਚ ਪਾਰਟਿਸਿਪੇਟ ਕੀਤਾ, ਲੋਕਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਉਣਾ ਜਿੱਥੇ ਉਹ ਪਹੁੰਚ ਵੀ ਨਹੀਂ ਸਕਦੇ ਸੀਗੇ। ਤੇ ਇਸ ਵਿੱਚ ਯੂਥ ਦਾ ਇੱਕ ਬਹੁਤ ਵੱਡਾ ਰੋਲ ਹੈ। ਇਹਨਾਂ ਨੇ ਕੁਝ ਹੀ ਦਿਨਾਂ 'ਚ ਬੰਨ੍ਹ ਦਿੱਤੇ, ਤੇ ਇਸ ਵਿੱਚ ਜੇ ਆਪਾਂ ਦੇਖੀਏ ਤੇ ਯੂਥ ਬਿਲਕੁਲ ਕਲਾਈਮੇਟ ਚੇਂਜ ਬਹੁਤ ਵੱਡਾ ਇੱਕ ਰੋਲ ਪਲੇ ਕਰੇਗਾ ਆਉਣ ਵਾਲੇ ਸਮੇਂ 'ਚ। ਤੇ ਹੁਣ ਮੈਂ ਵੀ ਇੱਕ ਟੌਪਿਕ ਤੇ ਗੱਲ ਕਰਨਾ ਚਾਹਾਂਗੀ, ਉਹ ਹੈ ਡੈਮੋਕ੍ਰੇਸੀ ਐਂਡ ਗਵਰਨੈਂਸ, ਯੂਥ ਇਨ ਡੈਮੋਕ੍ਰੇਸੀ ਐਂਡ ਗਵਰਨੈਂਸ। ਹੁਣ ਸਾਡੇ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸਡ ਲੋਕੀ ਹੈਗੇ ਨੇ ਜਿਹੜੇ ਗਵਰਨੈਂਸ ਵਿੱਚ ਪ੍ਰੈਜ਼ੈਂਟ ਨੇ, ਪਰ ਜੇ ਯੂਥ ਇਹਦੇ ਵਿੱਚ ਆ ਜਾਏਗਾ ਤਾਂ ਜਿਹੜਾ ਗੈਪ ਹੈਗਾ ਕਿ ਯੂਥ ਨੂੰ ਸਿੱਖਣ ਦੀ ਲੋੜ ਹੈ ਤੇ ਐਕਸਪੀਰੀਅੰਸ ਲੋਕੀ ਜਿਹੜੇ ਆ ਉਹਨਾਂ ਨੂੰ ਸਿਖਾ ਸਕਦੇ ਨੇ ਤੇ ਉਹ ਹੁਣੇ ਬ੍ਰਿਜ ਹੋ ਸਕਦਾ ਹੈ। ਪਰ ਜੇ ਬਹੁਤ ਟਾਈਮ ਲੱਗ ਗਿਆ ਕਿ ਯੂਥ ਬੜੇ ਲੇਟਰ ਸਟੇਜ ਤੇ ਇੱਥੇ ਆਏਗਾ ਗਵਰਨੈਂਸ ਵਿੱਚ ਜਾਂ ਡੈਮੋਕ੍ਰੇਸੀ ਵਿੱਚ, ਤਦ ਤੱਕ ਹੋ ਸਕਦਾ ਸਾਡੇ ਕੋਲ ਉਹ ਬਾਬਾ ਬੋਰਡ ਨਾ ਰਹਿਣ। ਫਿਰ ਸਾਡਾ ਜਿਹੜਾ ਯੂਥ ਹੈ, ਜਿਹੜੀਆਂ ਨਵੀਆਂ ਜੜ੍ਹਾਂ ਨੇ ਉਹ ਪੱਕੀਆਂ ਨਹੀਂ ਹੋ ਪਾਉਣਗੀਆਂ, ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹ ਫਿਰ ਪੇੜ ਮੁਰਝਾ ਜਾਏਗਾ। ਤੇ ਇਸ ਕਰਕੇ ਯੂਥ ਇਨ ਡੈਮੋਕ੍ਰੇਸੀ ਤੇ ਯੂਥ ਇਨ ਗਵਰਨੈਂਸ ਵੀ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਜਿਸ ਵਿੱਚ ਅੱਜ ਦਾ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਤੇ ਲੈਣਾ ਵੀ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਜਿਹੜੀ ਹੈ ਉਹ ਓਲਡੈਸਟ ਤੇ ਯੰਗੈਸਟ ਡੈਮੋਕ੍ਰੇਸੀ ਹੈ। ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਆਪਾਂ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਨੇ ਤੇ ਆਪਾਂ ਸਭ ਤੋਂ ਨਵੀਂ ਡੈਮੋਕ੍ਰੇਸੀ ਵੀ ਹਾਂ। ਤੇ ਇਸ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ। ਸ਼ਾਦਾਬ, ਜੇ ਤੁਸੀਂ ਕੁਝ ਕਹਿ ਸਕੋ ਕਿ ਪੰਜਾਬ ਵਿੱਚ ਜਾਂ ਦੇਸ਼ ਵਿੱਚ ਕੀ ਸਾਨੂੰ ਵੱਖਰੇ ਵੱਖਰੇ ਹੋ ਕੇ ਸੋਚਣ ਦੀ ਲੋੜ ਹੈ ਕਿ ਯੂਥ ਨਾਰਥ ਦਾ ਅਲੱਗ ਸੋਚੇਗਾ, ਸਾਊਥ ਦਾ ਅਲੱਗ ਸੋਚੇਗਾ, ਈਸਟ ਦਾ ਅਲੱਗ ਤੇ ਵੈਸਟ ਦਾ ਅਲੱਗ, ਜਾਂ ਫਿਰ ਸਾਨੂੰ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ? ਸ਼ਾਦਾਬ, ਅਗਰ ਆਪਾਂ ਇਸ ਬਾਰੇ ਥੋੜ੍ਹੀ ਜਿਹੀ ਗਹਿਰਾਈ ਦੇ ਨਾਲ ਗੱਲ ਕਰਨ ਲੱਗ ਜਾਈਏ ਤਾਂ ਇਹ ਹੈ ਕਿ ਜਿਹੜੀ ਇਹ G20 ਹੈ ਇਸ ਦਾ ਮੇਨ ਮੋਟਿਵ ਹੀ ਇਹੀ ਹੈ ਕਿ ਵਨ ਅਰਥ ਵਨ ਫੈਮਿਲੀ, ਹੈ ਨਾ। ਅਗਰ ਸਾਡੀ ਸੋਚ ਇੱਕ ਹੋਏਗੀ ਤਾਂ ਅਸੀਂ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਰਿਪਰੈਜ਼ੈਂਟ ਕਰ ਸਕਦੇ ਹਾਂ। ਭਾਰਤ ਨੂੰ 2023 ਵਿੱਚ ਜਦੋਂ G20 ਦੀ ਅਧਿਕਸ਼ਤਾ ਮਿਲੀ, ਹਿੰਦੁਸਤਾਨ ਸਰਕਾਰ ਨੇ ਇਸ ਦਾ ਬਹੁਤ ਹੀ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਕਿਹਾ ਜਾ ਸਕਦਾ ਹੈ ਕਿ ਇਸ ਤੋਂ ਖੁਸ਼ ਹੋ ਕੇ ਸਾਡੀ ਸੂਬਾ ਪੰਜਾਬ ਨੇ ਵੀ ਇਸ ਦਾ ਬਾਹਾਂ ਫੈਲਾ ਕੇ ਸਵਾਗਤ ਕੀਤਾ ਹੈ। ਇਸ ਦਾ ਮਕਸਦ ਸਿਰਫ ਇਹ ਸੀ ਕਿ ਸਾਡੀ ਜਿਹੜੀ ਯੂਥ ਹੈ, ਸਾਡੀ ਜਿਹੜੀ ਸੋਚ ਹੈ ਉਹ ਇੱਕ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਜਦੋਂ ਚੰਦਰਯਾਨ 3 ਲਾਂਚ ਹੋਇਆ ਤਾਂ ਪੰਜਾਬ ਸਰਕਾਰ ਨੇ ਹਿੰਦੁਸਤਾਨ ਸਰਕਾਰ ਦੀ ਇੱਕ ਚੀਜ਼ ਨੂੰ ਪੂਰੇ ਸਕੂਲ ਦੇ ਬੱਚਿਆਂ ਨੂੰ ਦਿਖਾਇਆ, ਸਾਡੇ ਛੋਟੇ ਛੋਟੇ ਬੱਚਿਆਂ ਨੂੰ ਦਿਖਾਇਆ, ਕਿਉਂਕਿ ਵੀ ਇਹਨਾਂ ਨੂੰ ਅੱਗੇ ਪ੍ਰੇਰਨਾ ਮਿਲੇ, ਇਹਨਾਂ ਨੂੰ ਅੱਗੇ ਵਧਣ ਦੀ ਇੱਛਾ ਹੋਵੇ। ਉਸੇ ਤਰ੍ਹਾਂ ਜਿਵੇਂ ਤੁਹਾਡਾ ਸਵਾਲ ਸੀ ਕਿ ਸਾਨੂੰ ਇੱਕ ਹੋ ਕੇ ਸੋਚਣਾ ਚਾਹੀਦਾ ਹੈ, ਜੇ ਅਗਰ ਆਪਾਂ ਇੱਕ ਹੋ ਕੇ ਨਹੀਂ ਸੋਚਾਂਗੇ ਸਾਡੀਆਂ ਸੋਚਾਂ ਅਲੱਗ-ਅਲੱਗ ਫਿਰਨਗੀਆਂ। ਅਗਰ ਅਸੀਂ ਆਪਣੀ ਸੋਚ ਨੂੰ, ਅਗਰ ਅਸੀਂ ਆਪਣੇ ਮਾਈਂਡ ਨੂੰ ਇੱਕ ਥਾਂ ਤੇ ਲਾਵਾਂਗੇ ਤਾਂ ਉਹ ਏਮ ਸਾਨੂੰ ਜਲਦੀ ਹਾਸਿਲ ਹੋ ਸਕਦਾ ਹੈ, ਉਹ ਅਸੀਂ ਉਸ ਚੀਜ਼ ਨੂੰ ਜਲਦੀ ਅਚੀਵ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਸ਼ਾਦਾਬ, ਤੇ ਮੈਨੂੰ ਲੱਗਦਾ ਸੁਵੀਨਾ ਵੀ ਇਹਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਨੇ। ਤੇ ਸੁਵੀਨਾ?
ਜੀ ਅੰਚਲ ਜੀ, ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਕਿ Y20 ਗਲੋਬਲ ਯੂਥ ਸਰਵੇ 2020 ਦੇ ਮੁਤਾਬਕ 80% ਤੋਂ ਜ਼ਿਆਦਾ ਯੂਥ ਮੰਨਦਾ ਹੈ, ਜਿੱਦਾਂ ਇਹਨਾਂ ਨੇ ਦੱਸਿਆ, ਕਿ ਜੇ ਸਫਲ ਸਮਾਜ ਅਸੀਂ ਚਾਹੁੰਦੇ ਹਾਂ ਤਾਂ ਸਾਰੇ ਪਿਛੋਕੜਾਂ ਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਇਕੱਠਾ ਕਰਨਾ ਪੈਣਾ ਹੈ। ਤੇ ਉਹ ਇਕੱਠਾ ਕਰੇਗਾ ਯੂਥ, ਵਨ ਅਰਥ, ਜਿੱਦਾਂ ਇਹਨਾਂ ਨੇ ਕਿਹਾ, ਵਨ ਫੈਮਿਲੀ ਵਨ ਫਿਊਚਰ। ਬਿਲਕੁਲ, ਆਪਾਂ ਅਨੇਕਤਾ ਵਿੱਚ ਏਕਤਾ ਦੀ ਗੱਲ ਕਰਦੇ ਹਾਂ, ਬਟ ਸਾਨੂੰ ਇਸ ਨੂੰ ਇੰਪਲੀਮੈਂਟ ਕਰਨ ਦੀ ਵੀ ਬਹੁਤ ਲੋੜ ਹੈ। ਮੈਨੂੰ ਇਹ ਲੱਗਦਾ ਹੈ, ਇਹ ਪਤਾ ਚੱਲਿਆ ਮੈਨੂੰ ਸਵੀਨਾ ਤੇ ਸ਼ਾਦਾਬ ਦੀਆਂ ਗੱਲਾਂ ਤੋਂ। ਤੇ ਹੁਣ ਮੈਂ ਪੁੱਛਣਾ ਚਾਹਾਂਗੀ ਕਨਿਕਾ ਤੋਂ ਕਿ ਉਹ ਕੀ ਕਹਿਣਗੇ ਪੰਜਾਬ ਵਿੱਚ G20 ਤੇ ਪੰਜਾਬ ਦੀ ਮੇਜ਼ਬਾਨੀ ਸੀਗੀ ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ G20 ਦੀ, ਤੇ ਉਹਦੇ ਵਿੱਚ ਕੀ ਰੋਲ ਰਿਹਾ ਹੋਏਗਾ ਯੂਥ ਦਾ। ਅੰਚਲ, ਤੁਸੀਂ ਬਹੁਤ ਜਿਹੜੇ ਕੁਐਸਚਨਸ ਨੇ, ਬਹੁਤ ਹੀ ਪਿਆਰੇ ਜਿਹੜੇ ਕੁਐਸਚਨ ਨੇ ਤੁਹਾਡੇ ਤੋਂ ਪੁੱਛੇ ਨੇ, ਤਾਂ ਉਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਜਿਵੇਂ ਕਿ ਸ਼ਾਦਾਬ ਤੇ ਸਵੀਨਾ ਨੇ ਗੱਲ ਕੀਤੀ ਕਿ ਯੂਥ ਦੇ ਕੰਟਰੀਬਿਊਸ਼ਨ ਦੀ, ਕਿ ਇਕੱਠੇ ਹੋ ਕੇ ਇੱਕ ਕੰਮ ਕਰਨਾ ਹੈ। ਪਰ ਇੱਕ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਸਭ ਤੋਂ ਜਿਹੜੀ ਅਲੱਗ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ, ਉਹ ਹੈ ਭਾਰਤ ਦੀ ਡਾਇਵਰਸਿਟੀ। ਬਿਲਕੁਲ, ਕਿ ਸਾਡੇ ਵਿੱਚ ਆਪਾਂ ਡਾਇਵਰਸ ਤਾਂ ਹਾਂ, ਪਰ ਇੱਕ ਜਿਹੜਾ ਰੂਟ ਹੈ ਉਹ ਸਾਡਾ ਇੱਕ ਹੀ ਹੈ। ਸੋ ਮਤਲਬ ਕਹਿੰਦੇ ਨਾ, ਪੇੜ ਦੀਆਂ ਸ਼ਾਖਾਵਾਂ ਜਿੰਨੀਆਂ ਮਰਜ਼ੀ ਹੋ ਜਾਣ, ਜੜ੍ਹਾਂ ਇਕੱਠੀਆਂ ਨੇ। ਤੇ ਉਹ ਜੜ੍ਹਾਂ ਇਕੱਠੀਆਂ ਹੋ ਕੇ, ਜੇ ਪੰਜਾਬ ਦੇ ਵਿੱਚ ਇਸ ਵਾਰ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਨੇ 2 ਚੀਜ਼ਾਂ ਤੇ ਫੋਕਸ ਕੀਤਾ। ਉਹ ਸੀਗਾ, ਇੱਕ ਤਾਂ ਐਜੂਕੇਸ਼ਨ ਤੇ ਦੂਜਾ ਸੀ ਲੇਬਰ। ਬਿਲਕੁਲ, ਜਿੱਦਾਂ ਆਪਾਂ ਪਹਿਲੇ ਸ਼ਾਦਾਬ ਜੀ ਨੇ ਐਜੂਕੇਸ਼ਨ ਦੀ ਗੱਲ ਕੀਤੀ ਕਿ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਉੱਦਾਂ ਹੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਐਜੂਕੇਸ਼ਨ ਉਨੀ ਜ਼ਿਆਦਾ ਮਤਲਬ ਜ਼ਰੂਰੀ ਹੈ। ਐਜੂਕੇਸ਼ਨ ਉਨੀ ਜ਼ਿਆਦਾ ਸਾਡੀ ਵਾਸਤੇ ਇੰਪਲੀਮੈਂਟ ਹੈ। ਜਿੱਦਾਂ ਹੁਣ ਜੇ ਆਪਾਂ ਕਰੀਏ ਲੇਬਰ ਦੀ ਗੱਲ, ਤਾਂ ਲੇਬਰ ਦੇ ਵਿੱਚ ਸਾਡੇ ਕੋਲ ਇੱਕ ਜਿਹੜਾ ਸਭ ਤੋਂ ਵਧੀਆ ਪੁਆਇੰਟ ਜਾਂ ਫਿਰ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਜਾਂਦਾ ਹੈ ਕਿ ਹੈਲਦੀ ਲੇਬਰ। ਕਿ ਜਿਹੜੀ ਲੇਬਰ ਦੀ ਹੈ ਉਹ ਕਿਸੇ ਨੂੰ ਕੋਈ ਕੰਮ ਕਰਦਾ ਹੈ, ਜਦੋਂ ਤੁਸੀਂ ਐਗਜ਼ਾਮਪਲ ਲੈ ਲਓ ਕਿ ਆਪਾਂ ਬਾਹਰ ਜਾ ਕੇ, ਜੇ ਮੁੰਡਾ ਇੱਥੇ ਦਾ ਬਾਹਰ ਜਾ ਕੇ ਜੇ ਉਹ ਭਾਂਡੇ ਮਾਂਜਦਾ ਤਾਂ ਉਹਨੂੰ ਤਕਲੀਫ ਨਹੀਂ ਹੈ, ਪਰ ਉਹ ਕੰਮ ਇੱਥੇ ਕਰਨ ਨੂੰ ਤਿਆਰ ਨਹੀਂ ਹੈ। ਬਿਕੋਜ਼ ਕਿਉਂਕਿ ਇੱਥੇ ਹੈਲਦੀ ਲੇਬਰ ਨਹੀਂ ਹੈ। ਇੱਕ ਤਾਂ ਪਹਿਲੇ ਉਹਨੂੰ ਇੱਜ਼ਤ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾਂਦਾ, ਉਸ ਲੇਬਰ ਦੇ ਕੰਮ ਨੂੰ। ਇਹ ਨਹੀਂ ਕਿ ਕੋਈ ਹੋਰ ਨਹੀਂ ਦੇਖਦਾ, ਉਹ ਖੁਦ ਵੀ ਆਪਣੇ ਆਪ ਨੂੰ ਜਾਂ ਫਿਰ ਉਸ ਕੰਮ ਨੂੰ ਇੱਕ ਇੱਜ਼ਤ ਦੇ ਨਜ਼ਰੀਏ ਨਾਲ ਨਹੀਂ ਦੇਖਦਾ। ਤੇ ਇੱਕ ਜਿਹੜਾ ਸਭ ਤੋਂ ਮੇਨ ਪੁਆਇੰਟ ਜਿਹਦੇ ਕਰਕੇ ਉਹ ਨਹੀਂ ਕਰਦਾ, ਉਹ ਹੈ ਕਿ ਉਹਦੀ ਖੁਦ ਦੀ ਗੁੱਡ ਸੈਲਰੀ ਜਾਂ ਗੁੱਡ ਇਨਕਮ, ਉਸਨੂੰ ਉਹਨਾਂ ਰਿਟਰਨ ਨਹੀਂ ਮਿਲਦਾ। ਮਤਲਬ ਉਹ ਜਿੰਨਾ ਸਪੈਂਡ ਕਰਦਾ ਉਹਨੂੰ ਉਹਨਾਂ ਰਿਟਰਨ ਨਹੀਂ ਮਿਲਦਾ, ਤੇ ਬਾਹਰ ਉਹਨੂੰ ਓਨਾ ਹੀ ਜ਼ਿਆਦਾ ਰਿਟਰਨ ਮਿਲਦਾ। ਇਸ ਕਰਕੇ ਉਧਰ ਫੋਕਸ ਹੈ। ਤਾਂ ਫਿਰ ਇਸ ਵਾਰ ਪੰਜਾਬ ਦਾ ਸੀਗਾ ਕਿ ਐਜੂਕੇਸ਼ਨ ਤੇ ਲੇਬਰ ਦੇ ਉੱਪਰ ਕੰਮ ਕਰ ਸਕੀਏ, ਕਿ ਜਿਹੜੀ ਹੈਲਦੀ ਲੇਬਰ ਹੈ ਉਹਨੂੰ ਥੋੜਾ ਡਿਵੈਲਪ ਕਰਨ ਦੀ ਜਾਂ ਫਿਰ ਉਹਨੂੰ ਥੋੜਾ ਵਧਾਉਣ ਦੀ ਕੋਸ਼ਿਸ਼ ਕਰੀਏ ਅਸੀਂ ਪੰਜਾਬ ਦੇ ਵਿੱਚ। ਬਿਲਕੁਲ ਸਹੀ ਕਿਹਾ ਤੁਸੀਂ ਕਨਿਕਾ। ਮੈਂ ਇਸ ਤੇ ਇਹ ਕਹਿਣਾ ਚਾਹਾਂਗੀ ਕਿ ਸਾਡੇ ਕੋਲ ਸਕਿੱਲਸ ਦੀਆਂ ਥੋੜੀ ਜਿਹੀ ਘਾਟ ਹੈਗੀ ਹੈ, ਤੇ ਜੇ ਸਕਿੱਲਸ ਆਪਾਂ ਐਕਵਾਇਰ ਕਰ ਲਈਏ ਤਾਂ ਹੋ ਸਕਦਾ ਆਪਾਂ ਉਹ ਵਾਲੀ ਜੌਬਸ ਕਰ ਸਕਾਂਗੇ ਬਿਹਤਰ ਤਰੀਕੇ ਨਾਲ, ਤੇ ਇੰਡੀਆ ਵਿੱਚ, ਆਪਣੇ ਭਾਰਤ ਵਿੱਚ ਹੀ। ਤੇ ਮੈਨੂੰ ਲੱਗਦਾ ਇਹਦੇ ਤੇ ਸੁਵੀਨਾ ਦਾ ਵੀ ਕੁਝ ਵਿਚਾਰ ਨੇ, ਤੇ ਆਪਾਂ ਸੁਣਦੇ ਸੁਵੀਨਾ ਤੋਂ। ਮੈਂ ਕਨਿਕਾ ਜੀ ਦੀ ਗੱਲ 'ਚ ਕੁਝ ਐਡ ਕਰਨਾ ਚਾਹੁੰਦੀ ਹਾਂ ਕਿ ਜਦੋਂ ਉਹਨਾਂ ਨੇ ਕਿਹਾ ਕਿ ਹੈਲਦੀ ਲੇਬਰ, ਸੋ ਇਹਦੇ ਵਿੱਚ ਸਾਂਝਾ ਭਵਿੱਖ ਵੀ ਆ ਜਾਂਦਾ ਹੈ। ਬਿਲਕੁਲ, ਤੇ ਸਾਂਝਾ ਭਵਿੱਖ, ਜੇ ਸਾਂਝਾ ਮੀਨ ਸਮਾਨ, ਜੇ ਸਾਰਿਆਂ ਨੂੰ ਸਮਾਨ, ਹਰੇਕ ਯੂਥ ਦੇ ਵਰਗ ਨੂੰ, ਹਰੇਕ ਨੂੰ ਸਮਾਨ ਮੌਕਾ ਦਿੱਤਾ ਜਾਏਗਾ। ਤੇ ਇੱਕ ਚੀਜ਼ ਹੋਰ ਹੈਗੀ ਸਸਟੇਨੇਬਲ ਡਿਵੈਲਪਮੈਂਟ, ਜੋ ਇਹਦਾ ਇੱਕ ਮੇਨ ਥੀਮ ਸੀ। ਹਾਂਜੀ, ਸਸਟੇਨੇਬਲ ਡਿਵੈਲਪਮੈਂਟ ਤਾਂ ਬਿਲਕੁਲ ਇਹਦਾ ਇੱਕ ਬਹੁਤ ਹੀ ਵੱਡਾ ਤੇ ਇੰਪੋਰਟੈਂਟ ਥੀਮ ਹੈਗਾ ਹੈ ਸਾਡੀ G20 ਦਾ। ਬਟ ਹੁਣ ਆਪਾਂ ਵੱਧਦੇ ਪਏ ਹਾਂ ਆਪਣੇ ਅਖੀਰਲੇ ਪੜਾਅ 'ਚ, ਜਿਹਦੇ ਤੇ ਮੈਂ ਸਾਰਿਆਂ ਤੋਂ ਉਹਨਾਂ ਦਾ ਲਾਸਟ ਇੱਕ ਵਿਊ ਕਿ G20 ਤੇ ਭਾਰਤ, G20 ਤੇ ਭਾਰਤ ਦਾ ਨੌਜਵਾਨ, G20 ਤੇ ਪੰਜਾਬ ਦਾ ਨੌਜਵਾਨ, ਤੁਸੀਂ ਕੀ ਕਹਿਣਾ ਚਾਹੋਗੇ? ਸ਼ੁਰੂ ਕਰ ਦਿਓ ਸੁਵੀਨਾ ਤੋਂ। ਜੀ ਜ਼ਰੂਰ, ਦਾ ਆਪਾਂ ਗੱਲ ਕਰ ਚੁੱਕੇ, ਯੂਥ ਵਿੱਚ ਬਹੁਤ ਸਮਰੱਥਾ ਹੈ, ਬਹੁਤ ਪ੍ਰੋਡਕਟਿਵ ਹੈ, ਬਹੁਤ ਐਕਟਿਵ ਹੈ ਯੂਥ। ਜ਼ਰੂਰ ਮੇਰੇ ਖਿਆਲ ਨਾਲ ਭਵਿੱਖ ਵਿੱਚ ਇੰਡੀਆ ਨੂੰ ਮੋਹਰੇ ਲੈ ਕੇ ਆਉਣਗੇ, ਤੇ ਭਾਰਤ ਤੋਂ ਲੋਕੀ ਬਹੁਤ ਕੁਝ ਸਿੱਖ ਰਹੇ ਨੇ। ਸੋ ਭਾਰਤ ਨੂੰ ਨਵੀਂ ਡਾਨ, ਨਵੀਂ ਕਿਰਨ, ਨਵੀਂ ਦਿਸ਼ਾ ਦੇ ਦੌਰਾਨ ਦੇ ਲਾਈਟ ਵਿੱਚ ਪੜਿਆ ਜਾ ਰਿਹਾ, ਤੇ ਮੌਜੂਦਾ ਜੋ ਸਫਲਤਾਵਾਂ ਇੰਡੀਆ ਨੇ ਹਾਸਿਲ ਕੀਤੀਆਂ ਨੇ ਉਹਨੂੰ ਦੇਖਿਆ ਜਾ ਰਿਹਾ, ਤੇ ਭਵਿੱਖ ਲਈ ਉਮੀਦਾਂ ਕੀਤੀਆਂ ਜਾ ਰਹੀਆਂ ਕਿ ਹਾਂ, ਜੇ ਬਾਕੀ ਦੇਸ਼ ਕੁਝ ਕਰ ਸਕਦੇ ਨੇ ਤਾਂ ਇੰਡੀਆ ਦਾ ਯੂਥ ਵੀ ਕੁਝ ਕਰ ਸਕਦਾ ਹੈ। ਬਿਲਕੁਲ ਇੰਡੀਆ ਦਾ ਯੂਥ ਬਹੁਤ ਕੁਝ ਕਰ ਸਕਦਾ ਹੈ। ਹੁਣ ਆਪਾਂ ਗੱਲ ਕਰਾਂਗੇ ਸ਼ਾਦਾਬ ਤੋਂ, ਉਹ ਆਪਣਾ ਲਾਸਟ ਇੱਕ ਵਿਊ ਦੇਣ। ਜਿੱਦਾਂ ਕਿ ਗੱਲ ਹੋਈ, ਇੰਡੀਆ ਦਾ ਯੂਥ ਬਹੁਤ ਕੁਝ ਕਰ ਸਕਦਾ ਹੈ। ਇੰਡੀਆ ਦਾ ਯੂਥ ਨੇ ਉਸ ਮਕਾਮ 'ਤੇ ਅੱਜ ਇੰਡੀਆ ਨੂੰ ਲੈ ਛੱਡਿਆ ਹੈ ਕਿ ਜਿੱਥੇ ਅਸੀਂ, ਸਾਡੀ ਇਕੱਲੀ ਸੋਚ ਹੁੰਦੀ ਸੀ, ਜਿੱਥੇ ਸਿਰਫ ਅਸੀਂ ਦੂਸਰੇ ਦੇਸ਼ਾਂ ਨੂੰ ਸੋਚਦੇ ਹੁੰਦੇ ਸੀ ਵੀ ਅਮਰੀਕਾ ਐਡੀ ਤਰੱਕੀ ਕਰ ਰਿਹਾ ਹੈ, ਰੂਸ ਐਡੀ ਤਰੱਕੀ ਕਰ ਰਿਹਾ ਹੈ। ਅੱਜ ਅਗਰ ਇੰਡੀਆ ਦੇ ਯੂਥ ਨੇ ਮਿਹਨਤ ਕੀਤੀ, ਅਣਥੱਕ ਮਿਹਨਤ ਕਰਕੇ ਹੀ ਅਸੀਂ
ਹੋਰ ਦੇਸ਼ਾਂ ਦੇ ਮੁਕਾਬਲੇ ਆਏ ਹਾਂ। ਜਿੱਥੇ ਤਰੱਕੀ ਦੀ ਗੱਲ ਹੁੰਦੀ ਹੈ, ਜਿੱਥੇ ਅਮਰੀਕਾ ਦਾ ਨਾਮ ਲਿੱਤਾ ਜਾਂਦਾ ਹੈ, ਜਿੱਥੇ ਕੈਨੇਡਾ ਦਾ ਨਾਮ ਲਿੱਤਾ ਜਾਂਦਾ ਹੈ, ਉੱਥੇ ਹੀ ਮੈਂ ਫਖਰ ਮਹਿਸੂਸ ਕਰਦਾ। ਮੈਂ ਇੰਡੀਆ ਹਾਂ, ਮੈਂ ਇੰਡੀਆ ਦਾ ਵਾਸੀ ਹਾਂ, ਅਤੇ ਮੈਂ ਇੰਡੀਆ ਦਾ ਯੂਥ ਹਾਂ, ਕਿਉਂਕਿ ਮੇਰੀ ਯੂਥ ਨੇ ਅਗਰ ਮਿਹਨਤ ਕੀਤੀ ਹੈ ਤਾਂ ਅੱਜ ਮੈਂ ਪੂਰੀ ਦੁਨੀਆ ਦੇ ਸਾਹਮਣੇ ਫਖਰ ਦੇ ਨਾਲ ਕਹਿ ਸਕਦਾ ਹਾਂ ਕਿ ਹਾਂ ਅਸੀਂ ਵੀ ਸਿਰ ਬੁਲੰਦ ਕਰਕੇ ਚੱਲ ਸਕਦੇ ਹਾਂ। ਤਾਂ ਆਪਾਂ ਕਹਿ ਸਕਦੇ ਹਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਬਿਲਕੁਲ ਹਮਾਰਾ। ਜੀ, ਬਿਲਕੁਲ। ਤੇ ਹੁਣ ਆਪਾਂ ਵੱਧਦੇ ਹਾਂ ਕਨਿਕਾ ਦੇ ਲਾਸਟ ਵਿਊ ਪੁਆਇੰਟ ਤੇ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਜਿਵੇਂ ਕਿ ਆਂਚਲ ਤੁਸੀਂ ਇੱਕ ਗੱਲ ਕੀਤੀ ਕਿ ਯੂਥ ਦਾ ਕੰਟਰੀਬਿਊਸ਼ਨ, ਤੇ ਸਾਡਾ ਤਾਂ ਮੇਨ ਥੀਮ ਹੀ ਇਸ ਵਾਰ ਦਾ G20 ਦਾ ਇਹ ਹੈ ਕਿ ਯੂਥ ਦਾ ਕੰਟਰੀਬਿਊਸ਼ਨ ਕੀ ਰਿਹਾ। ਤਾਂ ਤੁਸੀਂ ਦੇਖ ਲਓ ਕਿ ਇੰਡੀਆ ਦੇ ਜੇ ਤੁਸੀਂ ਯੂਥ ਦੀ ਗੱਲ ਕਰਦੇ ਹੋ ਤਾਂ ਕੋਈ ਵੱਡੀ ਕੰਪਨੀ ਤੁਸੀਂ ਚੱਕ ਲਓ ਜਿਹਦਾ ਨਾਮ ਤੁਹਾਡੇ ਦਿਮਾਗ 'ਚ ਆਉਂਦਾ ਹੋਵੇ, ਸਾਰੇ CEOs ਇੰਡੀਅਨਸ ਨੇ। ਇੰਡੀਅਨਸ ਨੇ ਪੂਰੇ ਦੇਸ਼ ਦੇ ਵਿੱਚ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਉਹਨੇ ਇਹ ਦਿਖਾਇਆ ਹੈ ਕਿ ਇੰਡੀਆ ਦੇ ਵਿੱਚ ਨੌਲੇਜ ਦੀ ਘਾਟ ਨਹੀਂ ਹੈ, ਇੰਡੀਆ ਦੇ ਵਿੱਚ ਹਾਰਡ ਵਰਕ ਦੀ ਘਾਟ ਨਹੀਂ ਹੈ, ਤੇ ਇੰਡੀਆ ਦੇ ਵਿੱਚ ਜਿਹੜੀ ਹੈ ਯੂਥ ਦੀ ਵੀ ਘਾਟ ਨਹੀਂ ਹੈ। ਪਰ ਜੇ ਘਾਟ ਹੈ ਤਾਂ ਥੋੜੀ ਓਪਰਚੁਨਿਟੀਜ਼ ਦੀ ਘਾਟ ਹੈ ਜਿਹੜੀ ਉਹਨੂੰ ਇੱਥੇ ਪੂਰੀ ਨਹੀਂ ਹੋ ਪਾਉਂਦੀ। ਤੇ G20 ਦੇ ਨਾਲ ਸਾਡਾ ਮੁੱਖ ਉਦੇਸ਼ ਕਹਿ ਲਓ ਜਾਂ ਫਿਰ ਮੁੱਖ ਜਿਹੜਾ ਸਾਡਾ ਵਿਸ਼ਾ ਹੈ ਉਹ ਵੀ ਇਹੀ ਸੀ ਕਿ ਯੂਥ ਨੂੰ ਜਿਹੜੀ ਓਪਰਚੁਨਿਟੀਜ਼ ਮਿਲਣ ਤਾਂ ਕਿ ਯੂਥ ਅੱਗੇ ਆ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰੇ। ਇਹ ਤਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਨਿਕਾ ਕਿ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ। ਤੇ ਇਸ ਦੇ ਨਾਲ ਸੁਵੀਨਾ ਦਾ ਇੱਕ ਪੁਆਇੰਟ ਸੁਵੀਨਾ ਕਹਿਣਾ ਚਾਹੁੰਦੇ ਹਨ ਤੇ ਆਪਾਂ ਸੁਣਦੇ ਹਾਂ ਸੁਵੀਨਾ ਕੀ ਕਹਿਣਾ ਚਾਹੁੰਦੇ ਹਨ। ਜਿੱਦਾਂ ਇਹਨਾਂ ਨੇ ਕਿਹਾ ਹੈ ਸ਼ਾਦਾਬ ਨੇ ਕਿ ਸਾਡੀ ਜੋ US ਤੇ ਚਾਈਨਾ ਤੋਂ ਅਸੀਂ ਅੱਜ ਅੱਗੇ ਪਹੁੰਚ ਗਏ। ਸੋ ਇੰਡੀਆ ਦਾ ਤੀਜਾ ਰੈਂਕ ਹੈ ਗਲੋਬਲੀ ਫਿਨਟੈਕ ਸਟਰੈਂਥ ਦੇ ਵਿੱਚ US ਤੇ ਚਾਈਨਾ ਤੋਂ ਬਾਅਦ। ਤਾਂ ਬਹੁਤ ਹੀ ਵਧੀਆ ਪੁਆਇੰਟ ਸੁਵੀਨਾ ਨੇ ਸਾਨੂੰ ਦੱਸਿਆ। ਤੇ ਹੁਣ ਅਖੀਰ ਵਿੱਚ ਮੈਂ ਤੇ ਇਹਦੇ ਨਾਲ ਹੀ ਅੰਤ ਵਿੱਚ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਹੁਣ ਲੋੜ ਹੈ ਤਾਂ ਸਟੇਕ ਹੋਲਡਰਸ ਨੂੰ ਪਛਾਣਨ ਦੀ ਤੇ ਉਹਨਾਂ ਨੂੰ ਟ੍ਰੇਨ ਕਰਨ ਦੀ। ਸਾਨੂੰ ਇਸ ਓਪਰਚੁਨਿਟੀ ਨੂੰ ਆਈਡੈਂਟੀਫਾਈ ਤੇ ਰੈਕਗਨਾਈਜ਼ ਦੋਨੋਂ ਕਰਦਿਆਂ ਹੋਇਆਂ ਇਹ ਸਮਝਣ ਦੀ ਲੋੜ ਹੈ ਕਿ ਆਉਣ ਵਾਲੇ ਸਾਲ ਭਾਰਤ ਨੂੰ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਵੱਲ ਲੈ ਕੇ ਜਾ ਰਹੇ ਨੇ ਤੇ ਭਾਰਤ ਇਕਨੋਮਿਕਲੀ, ਜਿਓਗ੍ਰਾਫਿਕਲੀ, ਸੋਸ਼ਲੀ, ਪੋਲੀਟੀਕਲੀ ਜਿੱਦਾਂ ਮਰਜੀ ਕਹਿ ਲਓ ਇੱਕ ਬਹੁਤ ਹੀ ਤਾਕਤਵਰ ਦੇਸ਼ ਬਣ ਕੇ ਉਭਰੇਗਾ। ਪਰ ਵਿਚਾਰ ਕਰਨ ਜੋ ਗੱਲ ਇਹ ਹੈ ਕਿ ਅਸੀਂ ਉਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕਿ ਨਹੀਂ, ਜੇ ਬਣਨਾ ਚਾਹੁੰਦੇ ਹਾਂ ਤੇ ਕਿੰਨਾ ਬਣਨਾ ਚਾਹੁੰਦੇ ਹਾਂ। ਤੇ ਇਸ ਨਾਲ ਹੀ ਆਪਾਂ ਅੱਜ ਦੀ ਇਹ ਡਿਸਕਸ਼ਨ G20 ਤੇ ਨੌਜਵਾਨ ਨੂੰ ਖਤਮ ਕਰਦੇ ਹਾਂ। ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਸਾਰੇ ਸਰੋਤਿਆਂ ਦਾ ਤੇ ਆਪਣੇ ਬੁਲਾਰਿਆਂ ਦਾ। ਸਾਡੇ ਅੱਜ ਦੇ ਬੁਲਾਰੇ ਸੀ ਸੁਵੀਨਾ ਕੌਰ ਢਿੱਲੋਂ, ਕਨਿਕਾ ਤੇ ਸ਼ਾਦਾਬ ਅਲੀ, ਤੇ ਮੈਂ ਆਂਚਲ ਸ਼ਰਮਾ ਅੱਜ ਤੁਹਾਡੇ ਤੋਂ ਵਿਦਾ ਲੈਂਦੀ ਹਾਂ ਤੇ ਆਪਾਂ ਮਿਲਾਂਗੇ ਫਿਰ ਤੋਂ। ਧੰਨਵਾਦ।